ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੇਜਿੰਦਰਜੀਤ ਸਿੰਘ ਮੁਲਤਾਨੀ ਫਰੋਮ ਸਟੱਡੀ ਪਲੈਨਟ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਸਰਵਿਸ ਤੋਂ ਅੱਜ ਤੁਹਾਡੇ ਨਾਲ ਫਿਰ ਮੁਖਾਤਬ ਹੋ ਰਿਹਾ ਹੈ ਰਿਗਾਰਡਿੰਗ ਕੈਨੇਡਾ ਸਟੂਡੈਂਟ ਵੀਜ਼ਾ। ਦੋਸਤੋ ਥੋੜੀ ਜੀ ਅਪਡੇਟਸ ਕੈਨੇਡਾ ਐਮਬੈਸੀ ਤੋਂ ਆਈਆਂ ਹੈਗੀਆਂ ਨੇ ਕਿ ਜਿਹੜੇ ਵੀ ਬੱਚੇ ਸਤੰਬਰ ਇਨਟੇਕ ਵਾਸਤੇ ਆਪਣੀਆਂ ਆਨਲਾਈਨ ਕਲਾਸਿਸ ਲਗਾ ਸਕਦੇ ਹੈਗੇ ਨੇ ਉਹ ਆਪਣੀਆਂ ਫਾਈਲਸ ਐਮਬੈਸੀ ਵਿੱਚ ਸਬਮਿਸ਼ਨ ਕਰ ਸਕਦੇ ਹੈਗੇ ਨੇ। सबमिशन ਦੇ ਦੋ ਹਿੱਸੇ ਨੇ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਸਭ ਤੋਂ ਪਹਿਲਾਂ ਜਿਹੜੇ ਬੱਚੇ ਦੇ ਕੋਲ ਆਈਲੈਟਸ ਹੈਗੀ ਆ, ਜਿਹੜੇ ਬੱਚੇ ਦੇ ਕੋਲ ਅਕੈਡਮਿਕਸ ਡਾਕੂਮੈਂਟਸ ਹੈਗੇ ਨੇ ਔਰ ਉਹ ਬੱਚੇ ਦੀ ਐਲੀਜੀਬਿਲਟੀ ਬੰਦੀ ਹੈਗੀ ਆ ਕੈਨੇਡਾ ਦੇ ਵਿੱਚ, ਉਹਦਾ ਲੈਟਰ ਆਫ ਅਸੈਪਟੈਂਸ ਆ ਗਿਆ ਹੈਗਾ ਆ, ਉਹ ਬੱਚਾ ਆਪਣੀ ਐਪਲੀਕੇਸ਼ਨ ਸਬਮਿਸ਼ਨ ਕਰਾ ਸਕਦਾ ਹੈ। प्रॉब्लम की है कि VFS ना खुलन करके सिर्फ फिंगरप्रिंट नहीं हो सकते हैगे। फिंगरप्रिंट होंगे तो तुहाडी इमीग्रेशन हिस्ट्री जिहड़ी हैगी आ वो पता चलेगी। इमीग्रेशन हिस्ट्री इस करके ज़रूरी है कि तुसी पहलां कदी कनेडा दे विच अपना वीज़ा अप्लाई कीता, कि तुसी पहलां कदी रिफ्यूज़ होए हो, कि तुसी उस कंट्री तो डिपोर्ट होए हो, या तुहाडी कोई क्रिमिनल हिस्ट्री ते नहीं हैगी। ਇਹ ਚੀਜ਼ ਜਿਹੜੀ ਹੈਗੀ ਆ, ਇਹ ਚੀਜ਼ ਉਦੋਂ ਕਲੀਅਰ ਹੁੰਦੀ ਹੈਗੀ ਆ ਜਦੋਂ ਤੁਹਾਡੇ ਫਿੰਗਰਪ੍ਰਿੰਟ ਹੁੰਦੇ ਨੇ। ਸਿੰਪਲ ਜਿਹੜੀਆਂ ਹੱਥ ਦੇ 10 ਉਂਗਲਾਂ ਹੈਗੇ ਨੇ, 10 ਉਂਗਲੀਆਂ ਜਿਹੜੀਆਂ ਹੈਗੇ ਨੇ ਜਦੋਂ ਉੱਥੇ ਫਿੰਗਰਪ੍ਰਿੰਟ ਮਸ਼ੀਨ ਦੇ ਵਿੱਚ ਸਕੈਨ ਹੋ ਜਾਂਦੇ ਹੈਗੇ ਨੇ, ਉਹ ਸਾਰਾ ਡਾਟਾ ਚਲੇ ਜਾਂਦਾ ਹੈਗਾ ਕੈਨੇਡੀਅਨ ਸਿਸਟਮ ਦੇ ਵਿੱਚ। ਔਰ ਉਸ ਤੋਂ ਬਾਅਦ ਉਹ ਫਿਰ ਉਹਨੂੰ ਵੈਰੀਫਾਈ ਕਰਦੇ ਹੈਗੇ ਨੇ ਕਿ ਇਹ ਬੰਦਾ ਕਿਸੇ ਵੀ ਟਾਈਮ ਤੇ ਅੱਜ ਤੋਂ 2 4 5 10 ਜਾਂ 15 ਸਾਲ ਪਹਿਲਾਂ ਇਹ ਬੰਦਾ ਕਿਸੇ ਟਾਈਮ ਤੇ ਕੈਨੇਡਾ ਆਤੇ ਨਹੀਂ ਆਇਆ ਹੈਗਾ, ਕੈਨੇਡਾ ਆ ਕੇ ਡਿਪੋਰਟ ਤੇ ਨਹੀਂ ਹੋਇਆ, ਜਾਂ ਕੈਨੇਡਾ ਤੋਂ ਕੋਈ ਇਹਦੀ ਕ੍ਰਿਮੀਨਲ ਹਿਸਟਰੀ ਤੇ ਨਹੀਂ ਹੈਗੀ ਔਰ ਇਹ ਦੁਬਾਰਾ ਤੋਂ ਐਂਟਰ ਹੋਣ ਦੀ ਕੋਸ਼ਿਸ਼ ਕਰਦਾ ਹੈਗਾ। ਉਹ ਚੀਜ਼ ਕਰਕੇ ਇਹ ਫਿੰਗਰਪ੍ਰਿੰਟ ਹੋਣੇ ਇਹਨਾਂ ਨੇ ਸਟਾਰਟ ਕੀਤੇ। ਬਟ ਕਿਉਂਕਿ ਹੁਣ ਫਿੰਗਰਪ੍ਰਿੰਟ ਕੋਵਿਡ ਕਰਕੇ ਫਿੰਗਰਪ੍ਰਿੰਟ ਨਹੀਂ ਹੋ ਰਹੇ ਹੈਗੇ, ਬਟ ਦੂਸਰੇ ਪਾਸੇ ਜਿਹੜੇ ਬੱਚੇ 18 19 20 ਸਾਲ ਦੇ ਔਰ ਮੈਕਸਿਮਮ 22 23 ਸਾਲ ਦੇ ਹੈਗੇ ਨੇ, 25 ਸਾਲ ਦੇ ਵੀ ਹੈਗੇ ਨੇ, ਉਹ ਬੱਚਿਆਂ ਦੀ ਆਲਮੋਸਟ 90% ਜਿਹੜੀ ਹੈਗੀ ਆ ਉਹ ਇਮੀਗ੍ਰੇਸ਼ਨ ਹਿਸਟਰੀ ਸਹੀ ਹੁੰਦੀ ਹੈ, ਖਾਸ ਕਰਕੇ ਪੰਜਾਬ ਵਾਲੇ ਬੱਚਿਆਂ ਦੀ। 10% ਬੱਚੇ ਹੋ ਸਕਦੇ ਹੈਗੇ ਨੇ ਕਿ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਨੇ ਕੋਈ ਗਲਤ ਪੇਪਰ ਲਗਾ ਕੇ ਆਪਣੀ ਐਪਲੀਕੇਸ਼ਨ ਲਾਈ ਹੋਵੇ ਔਰ ਫਿਰ ਉਹਨਾਂ ਨੇ ਆਪਣਾ ਪਾਸਪੋਰਟ ਚੇਂਜ ਕਰਾ ਕੇ ਫਿਰ ਆਪਣੀ ਐਪਲੀਕੇਸ਼ਨ ਲਗਾਈ ਹੋਵੇ। ਉਹਨਾਂ ਬੱਚਿਆਂ ਵਾਸਤੇ ਇਹ ਫਿੰਗਰਪ੍ਰਿੰਟ ਬਹੁਤ ਜ਼ਿਆਦਾ ਜ਼ਰੂਰੀ ਨੇ ਤਾਂ ਕਿ ਉਹ ਫੜੇ ਜਾਣ। ਹਾਊਐਵਰ ਜਿਹੜੇ ਬੱਚੇ ਕੋਈ ਵੀ ਆਪਣਾ ਜਿਨ੍ਹਾਂ ਨੇ ਕਦੀ ਕੈਨੇਡੀਅਨ ਐਮਬੈਸੀ 'ਚ ਨਹੀਂ ਗਏ, ਜਾਂ ਅਗਰ ਉਹ ਗਏ ਵੀ ਹੈਗੇ ਨੇ ਔਰ ਉੱਥੋਂ ਰਿਫਿਊਜ਼ ਰਹਿ ਗਏ ਨੇ, ਬਟ ਉਹਨਾਂ ਦਾ ਕੋਈ ਵੀ ਇਹੋ ਜਿਹਾ ਰਿਕਾਰਡ ਨਹੀਂ ਹੈਗਾ। ਰਿਕਾਰਡ ਮੀਨਸ ਕਿ ਉਹਨਾਂ ਨੇ ਕੋਈ ਗਲਤ ਪੇਪਰ ਲਾਏ ਹੋਣ, ਕੋਈ ਫੇਕ ਪੇਪਰ ਲਾਏ ਹੋਣ, ਕੋਈ ਕ੍ਰਿਮੀਨਲ ਹਿਸਟਰੀ ਹੋਵੇ, ਤਾਂ ਫਿਰ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ। ਬਟ ਅਗਰ ਤੁਸੀਂ ਇਹ ਚੀਜ਼ ਲਗਾਈ ਹੋਈ ਹੈਗੀ ਆ ਤਾਂ ਫਿਰ ਇਹ ਤੁਹਾਨੂੰ ਪ੍ਰੋਬਲਮ ਆਏਗੀ। ਫਿੰਗਰਪ੍ਰਿੰਟ ਪਹਿਲਾ ਹਿੱਸਾ, ਤੁਸੀਂ ਆਪਣੀ ਅਕੈਡਮਿਕਸ ਡਾਕੂਮੈਂਟ, ਆਈਲੈਟਸ, ਪਾਸਪੋਰਟ ਆਨਲਾਈਨ ਸਬਮਿਸ਼ਨ ਕਰਾ ਸਕਦੇ ਹੈਗੇ ਹੋ। ਜਦੋਂ ਆਨਲਾਈਨ ਸਬਮਿਸ਼ਨ ਹੋ ਗਈ ਫਿਰ ਐਪਲੀਕੇਸ਼ਨ ਇਨ ਪ੍ਰਿੰਸੀਪਲ ਅਪਰੂਵਡ ਹੋ ਜਾਂਦੀ ਹੈ, ਤੇ ਫਿਰ ਤੁਸੀਂ ਕੀ ਕਰ ਸਕਦੇ ਹੈਗੇ ਹੋ ਕਿ ਆਪਣੀ ਜਿਹੜੀ ਹੈਗੀ ਆ ਸਟੱਡੀ ਉਸ ਕਾਲਜ ਨਾਲ ਜਿਹਦੇ ਵਿੱਚ ਤੁਹਾਨੂੰ ਐਡਮਿਸ਼ਨ ਮਿਲੀ ਹੋਈ ਆ, ਉਹਦੇ ਵਿੱਚ ਤੁਸੀਂ ਆਪਣੀ ਸਟੱਡੀ ਕੰਟੀਨਿਊ ਆਨਲਾਈਨ ਕਰ ਸਕਦੇ ਹੈਗੇ ਹੋ। ਐਂਡ ਜਦੋਂ ਵੀ ਇਹ ਤੁਹਾਡੇ ਫਿੰਗਰਪ੍ਰਿੰਟਸ ਦਾ ਸਿਸਟਮ ਖੁੱਲਿਆ, ਤੁਸੀਂ ਉਸ ਟਾਈਮ 'ਤੇ ਆਪਣੇ ਫਿੰਗਰਪ੍ਰਿੰਟ ਕੱਢ ਕੇ ਆਪਣੇ ਪਾਸਪੋਰਟ ਸਬਮਿਸ਼ਨ ਕਰਾਉਣਾ ਹੈਗਾ ਔਰ ਨਾਲ ਦੇ ਨਾਲ ਜਿਹੜਾ ਤੁਹਾਡਾ ਅਪਰੂਵਲ ਲੈਟਰ ਹੈਗਾ ਉਹ ਸਬਮਿਸ਼ਨ ਕਰਾਉਣਾ ਹੈ। ਸਬਮਿਸ਼ਨ ਕਰਾਉਣ ਤੋਂ ਬਾਅਦ ਇੱਕ ਤੁਹਾਡਾ ਨਾਲ ਜਿਹੜਾ ਮੈਡੀਕਲ ਹੈ ਉਹ ਸਬਮਿਸ਼ਨ ਹੋਣਾ ਹੈਗਾ ਐਂਡ ਯੂ ਵਿਲ ਗੈਟ ਦਾ ਵੀਜ਼ਾ ਔਨ ਯੋਰ ਪਾਸਪੋਰਟ। ਤੁਹਾਡਾ ਪਾਸਪੋਰਟ 'ਤੇ ਤੁਹਾਡਾ ਵੀਜ਼ਾ ਲੱਗ ਕੇ ਆ ਜਾਏਗਾ ਐਂਡ ਦੈਨ ਯੂ ਕੈਨ ਫਲਾਈ। ਬਟ ਇਨ ਕੇਸ ਅਗਰ ਉਹ ਚੀਜ਼ ਤੁਹਾਡੀ ਟਰੈਕ ਹੋ ਜਾਂਦੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਹਾਡੀ ਇਮੀਗ੍ਰੇਸ਼ਨ ਹਿਸਟਰੀ, ਤੁਹਾਡਾ ਪਹਿਲਾਂ ਦੀਆਂ ਰਿਫਿਊਜ਼ਲ ਉਹ ਜਿਹੜੀਆਂ ਤੁਹਾਡੀਆਂ ਗਲਤ ਪੇਪਰਾਂ 'ਤੇ ਲੱਗੀਆਂ ਹੋਣ, ਉਸ ਬੱਚੇ ਨੂੰ ਇਹ ਚੀਜ਼ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਮੈਂ ਤੁਹਾਨੂੰ ਬੜਾ ਕਲੀਅਰ ਕਰਨਾ ਚਾਹੁੰਦਾ ਹੈਗਾ ਕਿ ਜਿਹੜੇ ਬੱਚਿਆਂ ਦੀ ਇਮੀਗ੍ਰੇਸ਼ਨ ਹਿਸਟਰੀ ਕਲੀਅਰ ਹੈਗੀ ਆ, ਰਿਫਿਊਜ਼ਲ ਹੈ ਜਾਂ ਨਹੀਂ ਹੈ ਉਹਦਾ ਕੋਈ ਮਤਲਬ ਨਹੀਂ ਹੈ, ਕੋਈ ਐਡਾ ਇਸ਼ੂ ਨਹੀਂ ਹੈਗਾ। ਬਟ ਅਗਰ ਉਹ ਬੰਦਾ ਕਿਸੇ ਵੀ ਤਰੀਕੇ ਦੇ ਨਾਲ ਗਲਤ ਪੇਪਰ ਲਾ ਕੇ ਜਾਂ ਆਪਣਾ ਕਿਸੇ ਵੀ ਟਾਈਮ 'ਤੇ ਡਿਪੋਰਟ ਹੋਇਆ ਹੈਗਾ ਕੈਨੇਡਾ ਤੋਂ, ਉਹਨਾਂ ਵਾਸਤੇ ਇਹ ਚੀਜ਼ ਨਾ ਕਰਨੀ ਮੁਨਾਸਿਬ ਹੈਗੀ ਆ। ਦੂਸਰਾ ਪੁਆਇੰਟ ਆ ਜਾਂਦਾ ਹੈਗਾ ਕਿ ਕੈਨੇਡੀਅਨ ਐਮਬੈਸੀ ਨੇ ਇੱਕ ਹੋਰ ਸ਼ਰਤ ਰੱਖੀ ਆ ਕਿ ਜਿਹੜੇ ਬੱਚੇ ਵਰਕ ਪਰਮਿਟ ਚਾਹੁੰਦੇ ਹੈਗੇ ਨੇ ਉਹ ਬੱਚੇ 50% ਸਟੱਡੀ ਕੈਨੇਡਾ ਦੇ ਵਿੱਚ ਜਾ ਕੇ ਕਰਨਗੇ। 50% ਸਟੱਡੀ ਅਗਰ ਇੱਥੇ ਉਹਨਾਂ ਨੇ ਆਨਲਾਈਨ ਕਰ ਲਿੱਤੀ ਹੈਗੀ ਆ ਤੇ 50% ਸਟੱਡੀ ਜਿਹੜੀ ਹੈਗੀ ਆ ਉਹ ਤੁਹਾਡੀ ਕੈਨੇਡਾ ਦੇ ਵਿੱਚ ਜਾ ਕੇ ਉੱਥੇ ਹੋਣੀ ਚਾਹੀਦੀ ਆ, ਫਿਰ ਤੁਹਾਨੂੰ ਵਰਕ ਪਰਮਿਟ ਮਿਲੇਗਾ। ਇਹਦੇ ਵਿੱਚ ਥੋੜਾ ਜਿਹਾ ਮੈਂ ਟੈਕਨੀਕਲ ਪੁਆਇੰਟ ਦੱਸਦਾ ਕਿ ਜਿਹੜੇ ਬੱਚੇ ਤਾਂ
ਡਿਪਲੋਮੇ ਵਾਸਤੇ ਚੱਲੇ ਨੇ ਔਰ ਜਿਨ੍ਹਾਂ ਬੱਚਿਆਂ ਦਾ 2 ਸਾਲ ਦਾ ਡਿਪਲੋਮਾ ਹੈਗਾ, ਉਹਨਾਂ ਬੱਚਿਆਂ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਲੱਗੀ, ਕਿਉਂਕਿ ਜਿਹੜਾ ਕੋਵਿਡ ਹੈਗਾ ਆ ਇਹ ਜਨਵਰੀ ਦੇ ਵਿੱਚ ਮੈਕਸਿਮਮ ਮਈ 2021 ਤੱਕ ਕਲੀਅਰ ਹੋ ਜਾਏਗਾ ਔਰ ਫਲਾਈਟਸ ਵੀ ਚੱਲ ਪੈਣਗੀਆਂ। ਸੋ ਇਹ ਜਦ ਤੱਕ ਅਗਰ ਫਲਾਈਟਸ ਨਹੀਂ ਚੱਲਦੀਆਂ ਹੈਗੀਆਂ ਤਦ ਤੱਕ ਇਹ ਪ੍ਰੋਬਲਮ ਹੈਗੀ। ਜਦੋਂ ਫਲਾਈਟ ਚੱਲ ਪਈਆਂ, VFS ਖੁੱਲ੍ਹ ਗਏ ਤੇ ਫਿਰ ਬੱਚਾ ਜਦੋਂ ਮਰਜ਼ੀ ਜਾ ਸਕਦਾ ਹੈਗਾ। ਜਿਹੜੇ ਬੱਚੇ ਆਨਲਾਈਨ ਕਲਾਸਾਂ ਲੱਗ ਰਹੇ ਔਰ ਜਿਹੜੇ ਬੱਚੇ ਦਾ 2 ਸਾਲ ਦਾ ਕੋਰਸ ਹੈਗਾ, ਅਗਰ ਮੰਨ ਲਓ ਫੋਰ ਐਗਜ਼ਾਮਪਲ ਉਹ ਸਤੰਬਰ 2020 ਦੇ ਵਿੱਚ ਉਹਨੇ ਆਪਣੀ ਆਨਲਾਈਨ ਕਲਾਸ ਲਾਈ, ਸਤੰਬਰ 2021 ਤੱਕ ਉਹਦੀ ਆਨਲਾਈਨ ਕਲਾਸ ਚੱਲੀ ਐਂਡ ਫਰੋਮ ਸਤੰਬਰ 2021 ਤੋਂ ਲੈ ਕੇ ਸਤੰਬਰ 2022 ਤੱਕ ਉਹਨੇ ਉੱਥੇ ਜਾ ਕੇ ਆਪਣੀ ਸਟੱਡੀ ਕੀਤੀ ਤੇ 50% ਸਟੱਡੀ ਉਹਦੀ ਇੰਡੀਆ 'ਚ ਹੋ ਗਈ, 50% ਸਟੱਡੀ ਉਹਨੇ ਕੈਨੇਡਾ 'ਚ ਕਰ ਲਿੱਤੀ, ਦੈਨ ਹੀ ਇਜ਼ ਐਲੀਜੀਬਲ ਫॉर ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ। ਹਾਊਐਵਰ ਜਿਹੜੇ ਬੱਚੇ ਨੇ ਅਗਰ ਸਾਰੀ ਸਟੱਡੀ ਇੱਥੇ ਆਨਲਾਈਨ ਕਰ ਲਿੱਤੀ ਉਹ ਐਲੀਜੀਬਲ ਨਹੀਂ ਹੈਗਾ। ਹੁਣ ਇਹ ਪ੍ਰੋਬਲਮ ਕਿੰਨਾ ਬੱਚਿਆਂ ਵਾਸਤੇ ਹੈਗੀ ਆ? ਇਹ ਪ੍ਰੋਬਲਮ ਉਹਨਾਂ ਬੱਚਿਆਂ ਵਾਸਤੇ ਹੈ ਜਿਹੜਾ ਬੱਚਾ ਇੱਥੇ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਪੋਸਟ ਗ੍ਰੈਜੂਏਟ ਸਰਟੀਫਿਕੇਟ ਕੋਰਸ ਜਿਹੜਾ 1 ਸਾਲ ਦਾ ਹੈਗਾ ਆ, ਉਹਨਾਂ ਵਾਸਤੇ ਪ੍ਰੋਬਲਮ ਆ ਸਕਦੀ ਹੈ। ਮੈਂ ਇਹ ਨਹੀਂ ਕਹਿੰਦਾ ਪਿਆ ਕਿ 100% ਆਏਗੀ, ਮੈਂ ਕਹਿੰਦਾ ਪਿਆ ਕਿ ਆ ਸਕਦੀ ਹੈਗੀ ਆ। ਉਹਦਾ ਰੀਜ਼ਨ ਕੀ ਹੈਗਾ? ਫੋਰ ਐਗਜ਼ਾਮਪਲ ਉਸ ਬੱਚੇ ਨੇ ਸਤੰਬਰ 2020 ਦੇ ਵਿੱਚ ਆਪਣੀ ਸਟੱਡੀ ਕੰਟੀਨਿਊ ਕਰਤੀ, ਆਨਲਾਈਨ ਕਲਾਸ ਕਰਤੀ ਔਰ ਉਹਦੀ ਜਿਹੜੀ ਕਲਾਸਿਸ ਹੈਗੀਆਂ ਨੇ ਮਈ 2021 ਦੇ ਵਿੱਚ ਖਤਮ ਹੋ ਰਹੀਆਂ ਹੈਗੀਆਂ ਨੇ, ਮਤਲਬ ਕਿ ਸਤੰਬਰ ਜਾਂ ਤੁਸੀਂ ਕਹ ਲਓ ਕਿ ਸਤੰਬਰ 2021 ਦੇ ਵਿੱਚ ਉਹਦੀ ਕਲਾਸ ਖਤਮ ਹੋ ਰਹੀ ਹੈਗੀ ਹੈ। ਹੁਣ ਉਸ ਬੱਚੇ ਦਾ ਅਗਰ ਜਿਹੜਾ ਸੈਸ਼ਨ ਹੈਗਾ ਸਤੰਬਰ ਤੋਂ ਲੈ ਕੇ ਜਨਵਰੀ ਔਰ ਜਨਵਰੀ ਅਗਰ ਉਹਦੀ ਆਨਲਾਈਨ ਕਲਾਸਾਂ ਲੱਗੀਆਂ ਤੇ ਫਿਰ ਉਹ ਬੱਚਾ ਪ੍ਰੋਬਲਮ 'ਚ ਆ ਸਕਦਾ ਹੈਗਾ, ਕਿਉਂਕਿ ਉਸ ਬੱਚੇ ਨੇ ਆਪਣੀ ਜਿਹੜੀ ਸਟੱਡੀ ਹੈਗੀ ਆ ਉਹ ਆਲਮੋਸਟ 75% ਉਹ ਇੱਥੇ ਇੰਡੀਆ 'ਚ ਕਰ ਲਿੱਤੀ ਐਂਡ ਰੈਸਟ ਆਫ ਥਿੰਗਸ ਜਿਹੜੀਆਂ ਹੈਗੀਆਂ ਨੇ ਉਹ ਅਗਰ ਉਹ ਜਾ ਕੇ ਕੈਨੇਡਾ ਕਰਦਾ ਹੈਗਾ ਤਾਂ ਫਿਰ ਉਹਨੂੰ ਪ੍ਰੋਬਲਮ ਆ ਸਕਦੀ ਹੈ। ਬਟ ਅਗਰ ਉਹਦਾ 2 ਸਾਲ ਦਾ ਕੋਰਸ ਹੈ ਤੇ ਫਿਰ ਉਹ ਨਿਸ਼ਚਿੰਤ ਹੋ ਕੇ ਇਸ ਚੀਜ਼ ਨੂੰ ਕਰ ਸਕਦਾ ਹੈਗਾ। ਸੋ ਇਸ ਚੀਜ਼ ਨੂੰ ਤੁਸੀਂ ਆਪਣਾ ਧਿਆਨ ਦੇ ਵਿੱਚ ਰੱਖਣਾ ਹੈਗਾ ਕਿ ਪੋਸਟ ਗ੍ਰੈਜੂਏਟ ਬੱਚਾ ਜਿਹੜਾ ਹੈਗਾ ਉਹ ਆਪਣਾ 2 ਸਾਲ ਦਾ ਕੋਰਸ ਹੀ ਚੂਜ਼ ਕਰੇ ਅਗਰ ਉਹਨੇ ਆਨਲਾਈਨ ਲਾਉਣੀ ਹੈ। ਅਗਰ ਉਹਨੇ ਆਫਲਾਈਨ ਕਲਾਸਿਸ ਲਾਉਣੀ ਹੈਗੀ ਤਾਂ ਫਿਰ ਤਾਂ ਉਹਦੀ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਤੀਸਰੀ ਚੀਜ਼, ਜਿਹੜੇ ਬੱਚੇ ਅਗਰ ਆਪਣੀ ਆਨਲਾਈਨ ਸਟੱਡੀ ਅਗਰ ਉਹ ਕਹਿੰਦੇ ਹੈਗੇ ਨੇ ਕਿ ਸਾਨੂੰ ਠੀਕ ਹੈ, ਸਾਨੂੰ ਕੋਈ ਪ੍ਰੋਬਲਮ ਨਹੀਂ, ਸਾਡਾ 2 ਸਾਲ ਦਾ ਕੋਰਸ ਹੈਗਾ ਆ, ਬਟ ਅਸੀਂ ਉਹਨੂੰ ਸਟੱਡੀ ਨੂੰ ਕੰਟੀਨਿਊ ਆਨਲਾਈਨ ਹੀ ਕਰਨਾ ਚਾਹੁੰਦੇ ਹੈਗੇ ਆ, ਤੇ ਫਿਰ ਤੁਸੀਂ ਇਹ ਹਿਸਾਬ ਲਾ ਕੇ ਚੱਲੋ ਕਿ ਜਿਹੜੇ ਬੱਚੇ ਪੋਸਟ ਗ੍ਰੈਜੂਏਟ ਬੱਚੇ ਨੇ ਜਨਵਰੀ ਵਿੱਚ ਆਪਣੀ ਸਟੱਡੀ ਸਟਾਰਟ ਕਰਨਗੇ ਉਹਨਾਂ ਵਾਸਤੇ ਅਗਲੀ ਜਨਵਰੀ 2022 ਤੱਕ ਇਹ ਤੁਹਾਡੇ ਕੋਲ ਟਾਈਮ ਰਹੇਗਾ। ਸੋ ਫਸਟ ਆਫ ਆਲ ਤੁਸੀਂ ਉਸ ਪੋਸਟ ਗ੍ਰੈਜੂਏਟ ਸਰਟੀਫਿਕੇਟ ਕੋਰਸਿਸ ਮਤਲਬ ਕਿ ਜਿਹੜਾ 1 ਸਾਲ ਦਾ ਕੋਰਸ ਆ ਉਹਨੂੰ ਆਨਲਾਈਨ ਕਲਾਸਿਸ ਨਹੀਂ ਕਰਨੀ। ਅਗਰ ਤੁਸੀਂ ਆਪਣੀ ਆਫਰ ਲੈਟਰਸ ਕਢਾਈਆਂ ਹੈਗੀਆਂ ਨੇ ਜਾਂ ਤੁਸੀਂ ਆਪਣੀ ਆਫਰ ਲੈਟਰ ਕਢਾਉਂਦੇ ਹੋ ਤੇ ਉਹਨਾਂ ਨੂੰ ਤੁਸੀਂ ਡੈਫਰ ਕਰ ਲਓ ਜਨਵਰੀ 2021 ਵਾਸਤੇ ਅਗਰ ਤੁਹਾਡੀ ਸਤੰਬਰ ਵਾਸਤੇ ਨਿਕਲੀਆਂ ਨੇ। ਐਂਡ ਅਗਰ ਤੁਹਾਡੀਆਂ ਸਤੰਬਰ ਦੇ ਵਿੱਚ ਜਨਵਰੀ ਦੇ ਵਿੱਚ ਅਸੀਂ ਦੇਖਾਂਗੇ ਜਾਂ ਹਾਲਾਤ ਦੇਖਣਗੇ ਕਿ ਕਿਸ ਟਾਈਪ ਦੇ ਹਾਲਾਤ ਹੋ ਗਏ ਨੇ, ਅਗਰ ਉਹ ਸਾਨੂੰ ਲੱਗਾ ਜਾਂ ਸਿਸਟਮ ਦੇ ਵਿੱਚ ਲੱਗਾ ਜਾਂ ਕੈਨੇਡੀਅਨ ਐਮਬੈਸੀ ਨੂੰ ਲੱਗਾ ਕਿ ਹੁਣ ਹਾਲਾਤ ਠੀਕ ਹੋ ਗਏ ਹੈਗੇ ਨੇ ਤੇ ਫਿਰ ਉਹਨਾਂ ਨੇ VFS ਖੋਲ੍ਹਣੀ ਹੈਗੀ ਆ, ਸਭ ਕੁਝ ਖੁੱਲ ਜਾਣਾ ਹੈਗਾ ਆ, ਬੱਚਾ ਫਲਾਈ ਕਰ ਸਕਦਾ ਹੈਗਾ। ਬਟ ਅਗਰ ਨਾ ਲਗਾ, ਹਾਲਾਤ ਇਸ ਤੋਂ ਵੀ ਜ਼ਿਆਦਾ ਬੱਤਰ ਹੋ ਗਏ ਤੇ ਫਿਰ ਇਹ ਪ੍ਰੋਬਲਮ ਆਏਗੀ। ਸੋ ਵੇਟ ਐਂਡ ਵਾਚ 1 ਸਾਲ ਵਾਲੇ ਵਾਸਤੇ ਸਿਰਫ ਵੇਟ ਐਂਡ ਵਾਚ ਪਾਲਿਸੀ ਹੋਣੀ ਚਾਹੀਦੀ ਆ। 2 ਸਾਲ ਵਾਲੇ ਬੱਚੇ ਜਿਹੜੇ ਹੈਗੇ ਨੇ ਉਹ ਆਪਣੀ ਸਟੱਡੀ ਕੰਟੀਨਿਊ ਕਰ ਸਕਦੇ ਹੈਗੇ ਨੇ। ਚੌਥੀ ਗੱਲ, ਜਿਹੜਾ ਬੱਚਾ IELTS ਹਾਲ ਤੱਕ ਨਹੀਂ ਕਰ ਸਕਿਆ ਹੈਗਾ ਉਹਦੇ ਵਾਸਤੇ ਅਸੀਂ ਸਾਡੇ ਕੋਲ ਆਪਸ਼ਨਸ ਹੈਗੀਆਂ ਨੇ ਕਿ ਉਹ ਵਿਦਆਊਟ IELTS ਅਸੀਂ ਉਹਨੂੰ ਆਫਰ ਲੈਟਰ ਦੇ ਦਾਂਗੇ ਕਾਲਜ ਦੀ। ਕਾਲਜ ਵਿੱਚੋਂ ਉਹ ਬੱਚਾ ਆਪਣੀ ਫ੍ਰੀ ਆਫ ਕਾਸਟ ਸਾਡੇ ਕੋਲ ਆਫਰ ਲੈਟਰ ਮੰਗਾ ਕੇ ਆਪਣਾ ਟੈਸਟ ਦੇਵੇ। ਜਦੋਂ ਉਹਦਾ ਰਿਜ਼ਲਟ ਆ ਜਾਏਗਾ ਸਾਨੂੰ ਉਸੇ ਟੈਸਟ ਦੇ ਬਿਹਾਫ ਤੇ ਅਸੀਂ ਉਹਦੀ ਜਿਹੜੀ ਹੈਗੀ ਆ ਲੈਟਰ ਆਫ ਅਕਸੈਪਟੈਂਸ ਮੰਗਵਾ ਸਕਦੇ ਹਾਂ, ਆਪਣੀ ਫੀਸ ਪੇ ਕਰੇ। ਫॉर द ਟਾਈਮਿੰਗ ਅਗਰ ਉਹ ਬੱਚਾ ਕਲਾਸਿਸ ਵੀ ਲਾਉਣਾ ਚਾਹੁੰਦਾ ਉਹ ਆਪਣੀ ਫੀਸ ਪੇ ਕਰਕੇ ਕਲਾਸਿਸ ਲਗਾ ਸਕਦਾ, ਬਟ ਉਹਦੇ ਵਿੱਚ ਅਗਰ ਉਹ ਬੱਚਾ ਬੈਂਡਸ ਨਾ ਲੈ ਸਕਿਆ ਤੇ ਉਹਦੀ ਫੀਸ ਕੱਟੀ ਜਾਏਗੀ। ਇਹ ਮੈਂ ਤੁਹਾਨੂੰ ਪੁਆਇੰਟ ਕਲੀਅਰ ਕਰਨਾ ਚਾਹੁੰਦਾ ਕਿ ਬੱਚੇ ਦੀ ਕਲਾਸਿਸ ਸਟਾਰਟ ਹੋ ਸਕਦੀਆਂ ਨੇ ਆਨਲਾਈਨ, ਬਟ ਅਗਰ ਬੱਚੇ ਨੇ ਰਿਜ਼ਲਟ ਜਾਂ ਉਸ ਬੱਚੇ ਦਾ ਵੀਜ਼ਾ ਰਿਫਿਊਜ਼ ਹੋ ਗਿਆ ਔਰ ਉਹਨੇ ਆਨਲਾਈਨ ਕਲਾਸਿਸ ਲਾ ਲਿੱਤੀਆਂ ਤੇ ਫਿਰ ਉਹਦੀ ਫੀਸ ਕੱਟੀ ਜਾਏਗੀ। ਸੋ ਬੈਟਰ ਇਹ ਹੈਗਾ ਕਿ ਜਦੋਂ ਤੁਹਾਡਾ ਆਨਲਾਈਨ IELTS ਦਾ ਰਿਜ਼ਲਟ ਆ ਜਾਂਦਾ ਹੈਗਾ, IELTS ਦੇ ਰਿਜ਼ਲਟ ਤੋਂ ਬਾਅਦ ਤੁਸੀਂ ਆਪਣਾ ਅਪਲਾਈ ਕਰ ਦਿਓ। ਜਦੋਂ ਵੀਜ਼ਾ ਇਨ ਪ੍ਰਿੰਸੀਪਲ ਆ ਜਾਂਦਾ ਹੈਗਾ ਤੇ ਫਿਰ ਤੁਸੀਂ ਆਪਣੀਆਂ ਆਨਲਾਈਨ ਕਲਾਸਾਂ ਲਗਾਓ, ਕਿਉਂਕਿ ਉਹਦੇ ਵਿੱਚ 99% ਤੁਸੀਂ ਜਿਹੜੇ ਹੈਗੇ ਹੋ ਉਹ ਬਿਲਕੁਲ ਸੇਫ ਹੈਗੇ ਹੋ। 1% ਰਿਸਕ ਸਿਰਫ ਉਹਨਾਂ ਬੱਚਿਆਂ ਨੂੰ ਹੈਗਾ ਆ ਜਿਨ੍ਹਾਂ ਦੀ ਇਮੀਗ੍ਰੇਸ਼ਨ ਹਿਸਟਰੀ ਗਲਤ ਹੈਗੀ ਆ ਜਾਂ ਉਹਨਾਂ ਨੇ ਕਿਸੇ ਟਾਈਮ ਤੇ ਵੀ ਰਿਫਿਊਜ਼ਲ ਲੱਗੀ ਹੋਈ ਆ। ਸੋ
ਤੁਸੀਂ ਇਹ ਸਾਰੀ ਚੀਜ਼ਾਂ ਦਾ ਜਿਹੜੇ ਪੁਆਇੰਟਸ ਹੈਗੇ ਨੇ ਇਹ ਦਿਮਾਗ ਵਿੱਚ ਰੱਖਣੇ ਹੈਗੇ ਨੇ। ਅਗਰ ਤੁਹਾਨੂੰ ਕਿਸੇ ਵੀ ਕਿਸਮ ਦਾ ਡਾਊਟਸ ਹੈਗਾ ਆ, ਥੱਲੇ ਸਾਡੇ ਨੰਬਰ ਸਕਰੋਲ ਹੁੰਦੇ ਪਏ ਹੈਗੇ ਨੇ, ਉਹਦੇ ਵਿੱਚ ਤੁਸੀਂ ਸਾਨੂੰ ਕਾਲ ਕਰਕੇ ਪੁੱਛ ਸਕਦੇ ਹੈਗੇ। ਤੁਸੀਂ ਆਪਣੇ ਡਾਕੂਮੈਂਟ ਸਾਨੂੰ WhatsApp ਤੇ ਭੇਜ ਸਕਦੇ ਹੋ। ਵਿਦਿਨ ਮਿੰਟਸ ਅਸੀਂ ਤੁਹਾਨੂੰ ਉਸ ਚੀਜ਼ ਦਾ ਜਵਾਬ ਦੇਵਾਂਗੇ। ਜੋ ਤੁਹਾਡੇ ਕੋਲ ਲੇਟੈਸਟ ਅਪਡੇਟ ਹੈਗੀ ਹੈ ਉਹਦਾ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੀ ਕੇਸ ਜਿਹੜਾ ਹੈਗਾ ਆ ਉਹ ਪੋਸੀਬਲ ਹੈ ਜਾਂ ਨਹੀਂ ਹੈਗਾ, ਜਾਂ ਇਹ ਤੁਸੀਂ ਆਪਣਾ ਕੇਸ ਅਪਲਾਈ ਕਰੋ ਜਾਂ ਨਾ ਕਰੋ, ਤੁਹਾਡਾ ਕਿਹਦੇ ਵਿੱਚ ਬੈਟਰ ਹੈਗੀ ਆ। ਪੰਜਵੀਂ ਗੱਲ ਜਿਹੜੀ ਇੱਕ ਬੱਚਿਆਂ ਦੇ ਵਿੱਚ ਅੱਜ ਦੇ ਫੀਸ ਦੇ ਲੈ ਕੇ ਕਾਫੀ ਜ਼ਿਆਦਾ ਪੁਆਇੰਟਸ ਉਹਦੇ ਵਿੱਚ ਆਉਂਦੇ ਪਏ ਹੈਗੇ ਨੇ ਕਿ ਫੀਸ ਜਿਹੜੀ ਹੈਗੀ ਆ ਕਈ ਕਾਲਜਾਂ ਨੇ ਆਪਣੀ ਘਟਾਤੀ ਹੈਗੀ ਆ, ਉਹ ਘਟਾਈ ਨਹੀਂ ਹੈਗੀ। ਉਹਦੇ ਮੈਂ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਹੈਗਾ ਕਿ ਡਿਊ ਟੂ COVID-19 ਕਰਕੇ ਕਾਫੀ ਜ਼ਿਆਦਾ ਰਿਸੈਸ਼ਨ ਹਰ ਇੱਕ ਕੰਟਰੀ ਦੇ ਵਿੱਚ ਆ ਚੁੱਕਿਆ ਹੈ। ਕਾਲਜਸ ਨੂੰ ਵੀ ਇਹ ਚੀਜ਼ ਸਮਝ ਆ ਚੁੱਕੀ ਹੈਗੀ ਆ ਕਿ ਸਾਡੇ ਕੋਲ ਉਹ ਫੀਸਾਂ ਅਸੀਂ ਨਹੀਂ ਲਿੱਤੀਆਂ ਜਾ ਸਕਦੀਆਂ ਜਿਹੜੀਆਂ ਕਿ ਅਸੀਂ ਪਹਿਲਾਂ ਲੈਂਦੇ ਸੀਗੇ। ਸੋ ਜਿਹੜੇ ਬੱਚਿਆਂ ਦੇ ਕੋਲ ਫੀਸ ਦਾ ਜੁਗਾੜ ਘੱਟ ਹੋ ਰਿਹਾ ਜਾਂ ਜਿਹੜੇ ਪੇਰੈਂਟਸ ਇੰਨੇ ਜ਼ਿਆਦਾ ਪੈਸੇ ਨਹੀਂ ਪੇ ਕਰ ਸਕਦੇ ਹੈਗੇ, ਉਹ ਪੇਰੈਂਟਸ ਨੂੰ ਕਾਲਜ ਜਿਹੜੇ ਹੈਗੇ ਨੇ $5000 ਸਕਾਲਰਸ਼ਿਪ ਦੇ ਕੇ ਜਾਂ ਡਿਸਕਾਊਂਟ ਦੇ ਕੇ ਤੁਹਾਡੀ ਜਿਹੜੀ ਫੀਸ ਹੈ 2 ਸਾਲ ਦੀ $13000 ਜਿਹੜੀ ਕਿ ਬਹੁਤ ਘੱਟ ਹੈਗੀ ਆ, ਉਹਦੇ ਵਿੱਚ ਆਫਰ ਲੈਟਰਸ ਦੇ ਰਹੇ ਹੈਗੇ ਨੇ। ਤੁਸੀਂ ਆਪਣੀ ਜਾ ਕੇ ਸਟੱਡੀ $13000 ਮੀਨਸ ਕੁਝ ਵੀ ਨਹੀਂ ਹੈਗਾ, 7-7.5 ਲੱਖ ਰੁਪਈਆ, ਉਹਦੇ ਵਿੱਚ ਤੁਸੀਂ ਆਪਣੀ ਸਟੱਡੀ ਕੰਪਲੀਟ ਕਰ ਸਕਦੇ ਹੈਗੇ ਹੋ। GAC ਤੁਹਾਡਾ ਜਾਣਾ ਹੀ ਜਾਣਾ ਹੈਗਾ ਆ, ਔਰ ਆਪਣੀ ਸਟੱਡੀ ਕੰਪਲੀਟ ਕਰਕੇ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਅਪਲਾਈ ਕਰ ਸਕਦੇ ਹੋ। ਇਹ ਉਹਨਾਂ ਬੱਚਿਆਂ ਵਾਸਤੇ ਹੈ ਜਿਨ੍ਹਾਂ ਦੇ ਪੇਰੈਂਟਸ ਵੀਕ ਹੈਗੇ ਨੇ ਔਰ ਨਹੀਂ ਇੰਨੀ ਫੀਸ ਪੇ ਕਰ ਸਕਦੇ ਹੈਗੇ। ਉਹਨਾਂ ਨੂੰ ਇਸ ਚੀਜ਼ ਦੀ ਆਪਸ਼ਨ ਲੈਣੀ ਚਾਹੀਦੀ ਹੈਗੀ ਆ। ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਮਿਲੇਗਾ। ਤੁਹਾਨੂੰ ਇਹ ਨਹੀਂ ਹੈਗਾ ਕਿ ਅਗਰ ਉਹਨਾਂ ਨੇ ਕਾਲਜ ਦੀ ਫੀਸ ਘਟਾਤੀ ਹੈਗੀ ਆ ਤੇ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲੇਗਾ। ਤੁਹਾਨੂੰ ਸਭ ਕੁਝ ਮਿਲੇਗਾ, ਬਸ਼ਰਤੇ ਕਿ ਤੁਹਾਨੂੰ ਉੱਥੇ ਸਟੱਡੀ ਕੰਪਲੀਟ ਕਰਨੀ ਪੈਣੀ ਹੈਗੀ ਆ। ਇਸ ਤੋਂ ਇਲਾਵਾ ਤੁਹਾਡੇ ਕੋਈ ਵੀ ਕੁਐਸਚਨਸ ਹੋਏ ਤੁਸੀਂ ਮੈਨੂੰ ਇਸ ਨੰਬਰਾਂ 'ਤੇ ਕਾਲ ਕਰ ਸਕਦੇ ਹੈਗੇ ਹੋ, ਔਰ ਆਪਣਾ ਤੁਸੀਂ WhatsApp 'ਤੇ ਆਪਣੇ ਡਾਕੂਮੈਂਟਸ ਜਾਂ ਮੈਸੇਜ ਮੈਨੂੰ ਪਾ ਕੇ ਆਪਣਾ ਜਵਾਬ ਲੈ ਸਕਦੇ ਹੈਗੇ। ਧੰਨਵਾਦ, ਮਿਹਰਬਾਨੀ, ਥੈਂਕ ਯੂ ਜੀ।